ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮਹਾਨ ਸੁਤੰਤਰਤਾ ਸੈਨਾਨੀ ਉਤਸ਼ੰਗ ਰਾਏ ਨਵਲ ਸ਼ੰਕਰ ਡੇਬਰ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਰਿਪੋर्ट। ਅੱਜ ਦੀ ਇਸ ਕੜੀ ਵਿੱਚ ਅਸੀਂ ਯਾਦ ਕਰ ਰਹੇ ਹਾਂ 1905 ਵਿੱਚ ਅੱਜ ਦੇ ਹੀ ਦਿਨ ਜਾਮਨਗਰ ਦੇ ਕੋਲ ਜਨਮੇ ਮਹਾਨ ਭਾਰਤੀ ਸੁਤੰਤਰਤਾ ਸੈਨਾਨੀ ਉਤਸ਼ੰਗ ਰਾਏ ਨਵਲ ਸ਼ੰਕਰ ਡੈਬਰ ਨੂੰ। ਡੈਬਰ ਮੌਜੂਦਾ ਗੁਜਰਾਤ ਅਤੇ ਤਤਕਾਲੀ ਸੌਰਾਸ਼ਟਰ ਦੇ ਮੁੱਖ ਮੰਤਰੀ ਰਹੇ। ਮਹਾਤਮਾ ਗਾਂਧੀ ਦੇ ਪ੍ਰਭਾਵ ਹੇਠ ਡੈਬਰ ਨੇ 1936 ਵਿੱਚ ਆਪਣੇ ਗ੍ਰਹਿ ਨਗਰ ਰਾਜਕੋਟ ਵਿੱਚ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਵਕਾਲਤ ਦਾ ਪੇਸ਼ਾ ਛੱਡ ਦਿੱਤਾ। ਉਨ੍ਹਾਂ ਨੇ 1938 ਅਤੇ 1942 ਦਰਮਿਆਨ ਰਾਜਕੋਟ ਰਿਆਸਤ ਵਿੱਚ ਸੱਤਿਆਗ੍ਰਹਿ ਦੀ ਅਗਵਾਈ ਕੀਤੀ ਅਤੇ ਵਿਅਕਤੀਗਤ ਸੱਤਿਆਗ੍ਰਹਿ ਅਤੇ ਕਨਫੈਡਰੇਸ਼ਨ ਮੂਵਮੈਂਟ ਦੇ ਵਿੱਚ ਕਿਰਿਆਸ਼ੀਲ ਰੂਪ ਨਾਲ ਹਿੱਸੇਦਾਰੀ ਪਾਈ। ਭਾਰਤੀ ਸੁਤੰਤਰਤਾ ਅੰਦੋਲਨ ਦੇ ਵਿੱਚ ਕਿਰਿਆਸ਼ੀਲ ਭਾਗੀਦਾਰੀ ਦੀ ਵਜ੍ਹਾ ਨਾਲ ਉਨ੍ਹਾਂ ਨੂੰ 3 ਵਾਰ ਜੇਲ੍ਹ ਜਾਣਾ ਪਿਆ ਸੀ। ਜ਼ਿਆਦਾਤਰ ਸਿਆਸਤਾਂ ਜਨਤਾ ਦੇ ਹਿੱਤਾਂ ਦੀ ਅਣਦੇਖੀ ਕਰਦੀਆਂ ਉਨ੍ਹਾਂ ਉੱਪਰ ਭਾਰੀ ਆਰਥਿਕ ਬੋਝ ਪਾ ਕੇ ਉੱਚ ਕਰ ਦੀ ਨੀਤੀ ਅਪਣਾ ਰਹੀਆਂ ਸਨ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਘਰੇਲੂ ਅਤੇ ਬਾਹਰਲੀ ਹਮਲੇ ਤੋਂ ਸੁਰੱਖਿਆ ਪ੍ਰਦਾਨ ਕੀਤੀ ਅਤੇ ਬਦਲੇ ਵਿੱਚ ਦੇਸੀ ਸ਼ਾਸਕਾਂ ਨੇ ਬ੍ਰਿਟਿਸ਼ ਸਾਮਰਾਜਵਾਦੀ ਨੀਤੀਆਂ ਦਾ ਸਮਰਥਨ ਕਰਕੇ ਰਾਸ਼ਟਰਵਾਦੀ ਭਾਵਨਾਵਾਂ ਦੇ ਖਿਲਾਫ ਕੰਮ ਕੀਤਾ। 20ਵੀਂ ਸਦੀ ਦੇ ਪਹਿਲੇ ਅਤੇ ਦੂਜੇ ਦਹਾਕੇ ਦੇ ਵਿੱਚ ਭਾਰਤ 'ਚ ਰਾਸ਼ਟਰਵਾਦੀ ਅੰਦੋਲਨ ਦੇ ਤੇਜ਼ ਹੋਣ ਤੇ ਕਈ ਕ੍ਰਾਂਤੀਕਾਰੀਆਂ ਦੇ ਬ੍ਰਿਟਿਸ਼ ਸੱਤਾ ਤੋਂ ਦੂਰ ਰਿਆਸਤਾਂ ਵਿੱਚ ਚਲੇ ਜਾਣ ਦੇ ਨਾਲ ਇਹਨਾਂ ਰਿਆਸਤਾਂ ਵਿੱਚ ਸੁਤੰਤਰਤਾ ਅੰਦੋਲਨ ਨੂੰ ਮਜ਼ਬੂਤੀ ਮਿਲੀ। 1930 ਅਤੇ 1940 ਦੇ ਦਹਾਕੇ ਦੌਰਾਨ ਡੈਬਰ ਰਾਜਕੋਟ ਰਿਆਸਤ ਵਿੱਚ ਸੁਤੰਤਰਤਾ ਅੰਦੋਲਨ ਦੇ ਪ੍ਰਮੁੱਖ ਨੇਤਾ ਦੇ ਰੂਪ ਵਿੱਚ ਉੱਭਰੇ। ਜੇ ਬਲੀਦਾਨੋਂ ਨੂੰ ਪ੍ਰੇਮੀ ਥਈ ਜਿਵੇ ਸਦਾ ਅੰਗਾਰੋਂ ਪਰ ओ नरवीर सदा मळशे आ धरती मानो प्यार तने ओ नरवीर सदा मळशे आ धरती मानो प्यार तने जो मरवा। 30 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਉਹਨਾਂ ਨੇ ਰਿਆਸਤਾਂ ਵਿੱਚ ਕਾਠੀਆਵਾੜ ਦੇ ਲੋਕਾਂ ਦੇ ਅੰਦੋਲਨ ਦੀ ਅਗਵਾਈ ਕੀਤੀ। ਸੰਯੁਕਤ ਸੌਰਾਸ਼ਟਰ ਦੇ ਨਿਰਮਾਣ ਵਿੱਚ ਡੈਬਰ ਦਾ ਮਹੱਤਵਪੂਰਨ ਯੋਗਦਾਨ ਰਿਹਾ। ਅਕਤੂਬਰ 1947 ਵਿੱਚ ਜਦੋਂ ਜੂਨਾਗੜ੍ਹ ਦੇ ਨਵਾਬ ਨੇ ਜੂਨਾਗੜ੍ਹ ਨੂੰ ਪਾਕਿਸਤਾਨ ਦੇ ਵਿੱਚ ਸ਼ਾਮਲ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਡੈਬਰ ਨੇ ਅੰਦੋਲਨ ਦੀ ਅਗਵਾਈ ਕੀਤੀ ਅਤੇ ਰਿਆਸਤੀ ਸਰਕਾਰ ਦੇ ਆਰਥਿਕ ਬਹਿਸ਼ਕਾਰ ਦੀ ਘੋਸ਼ਣਾ ਕੀਤੀ, ਜਿਸ ਨਾਲ ਜੂਨਾਗੜ੍ਹ ਦੇ ਨਵਾਬ ਨੂੰ ਅੰਡਰਗਰਾਉਂਡ ਹੋਣ ਦੇ ਲਈ ਮਜਬੂਰ ਹੋਣਾ ਪਿਆ। ਡੈਬਰ ਨੇ ਸ਼ੁਰੂ ਵਿੱਚ ਕੀਤੇ ਬਹਿਸ਼ਕਾਰ ਅੰਦੋਲਨ ਨਾਲ ਦੂਜੀਆਂ ਰਿਆਸਤਾਂ ਦੇ ਸੈਨਾਨੀਆਂ ਨੂੰ ਵੀ ਪ੍ਰੇਰਨਾ ਮਿਲੀ ਅਤੇ ਇਸ ਦਾ ਵਿਆਪਕ ਅਸਰ ਪਿਆ। ਇਸ ਦੇ ਬਾਅਦ ਹੀ ਜੂਨਾਗੜ੍ਹ ਦੇ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਦਾ ਰਾਹ ਖੁੱਲਿਆ। ਇਸ ਤਰ੍ਹਾਂ ਡੈਬਰ ਦੀ ਅਗਵਾਈ ਦੇ ਵਿੱਚ ਜੂਨਾਗੜ੍ਹ ਰਿਆਸਤ ਨਿਰੰਕੁਸ਼ ਨਵਾਬ ਦੇ ਚੁੰਗਲ ਵਿੱਚੋਂ ਮੁਕਤੀ ਹੋਈ। 15 ਫਰਵਰੀ 1948 ਨੂੰ 202 ਰਿਆਸਤਾਂ ਅਤੇ ਪ੍ਰਸ਼ਾਸਨਿਕ ਖੇਤਰਾਂ ਨੂੰ ਮਿਲਾ ਕੇ ਭਾਰਤੀ ਸੰਘ ਦਾ ਸੌਰਾਸ਼ਟਰ ਬਣਿਆ ਤਾਂ ਡੈਬਰ ਨੂੰ ਸੌਰਾਸ਼ਟਰ ਦਾ ਪਹਿਲਾ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਸੀ। ਮੰਨੇ ਪਰਮੰਨੇ ਗਾਂਧੀਵਾਦੀ ਅਨਾਮਿਕ ਸ਼ਾਹ ਨੇ ਆਕਾਸ਼ਵਾਣੀ ਨਾਲ ਵਿਸ਼ੇਸ਼ ਗੱਲਬਾਤ ਦੇ ਵਿੱਚ ਡੈਬਰ ਦੀ ਅਗਵਾਈ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। डैबर भाई ने कानूनी व्यवस्था के अंतर्गत शांत क्रांति करके लैंड रिफॉर्म किए और जो खेती करते हैं उनको ये जमीन मिले ऐसा प्रावधान किया। तो उन्होंने जिनके पास खेती की जमीन है उनके लिए लैंड मॉर्गेज बैंक बनवाया और ये सौराष्ट्र लैंड मॉर्गेज बैंक आज भी चल रही है और बैंक ने जो कृषि लोगों को कर्ज लेना था उनको बैंक से मिलता था। जमीन के सामने ऊंचे ब्याज पे बोरो करने की जरूरत नहीं पड़ती थी। ਡੈਬਰ ਦੀਆਂ ਲੋਕ ਸੇਵਾਵਾਂ ਨੂੰ ਵੇਖਦੇ ਹੋਏ 1973 ਵਿੱਚ ਉਹਨਾਂ ਨੂੰ ਦੇਸ਼ ਦੇ ਦੂਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਸਾਡੇ ਵੱਲੋਂ ਇਸ ਮਹਾਨ ਸੁਤੰਤਰਤਾ ਸੈਨਾਨੀ ਦੇ ਦੇਸ਼ ਪ੍ਰਤੀ ਪ੍ਰੇਮ ਅਤੇ ਬਲੀਦਾਨ ਦੀ ਅਮਰ ਭਾਵਨਾ ਨੂੰ ਨਮਨ।
1949 ਵਿੱਚ ਅੱਜ ਦੇ ਹੀ ਦਿਨ ਮਣੀਪੁਰ ਦੇ ਮਹਾਰਾਜਾ ਬੋਧ ਚੰਦਰ ਸਿੰਘ ਨੇ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਦੇ ਸਮਝੌਤੇ ਤੇ ਹਸਤਾਖਰ ਕੀਤੇ। ਸ਼ਾਮਲ ਹੋਣ ਦੀ ਇਸ ਸੰਧੀ ਤੋਂ ਬਾਅਦ 15 ਅਕਤੂਬਰ 1949 ਤੋਂ ਮਣੀਪੁਰ ਭਾਰਤ ਦਾ ਹਿੱਸਾ ਬਣਿਆ। ਸੰਵਿਧਾਨ ਲਾਗੂ ਹੋਣ ਤੋਂ ਬਾਅਦ ਮਣੀਪੁਰ ਨੂੰ ਭਾਰਤ ਦੇ ਅਧੀਨ ਭਾਰਤੀ ਸੰਘ ਵਿੱਚ ਭਾਗ ਸੀ ਦੇ ਰਾਜ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ। ਬਾਅਦ ਵਿੱਚ ਇਸ ਦੀ ਥਾਂ ਤੇ ਪ੍ਰਦੇਸ਼ਕ ਪਰਿਸ਼ਦ ਗਠਿਤ ਕੀਤੀ। ਇਸ ਦੇ ਬਾਅਦ 1962 ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਐਕਟ ਦੇ ਤਹਿਤ ਇਥੇ ਵਿਧਾਨ ਸਭਾ ਗਠਿਤ ਕੀਤੀ ਗਈ। 21 ਜਨਵਰੀ 1972 ਨੂੰ ਮਣੀਪੁਰ ਨੂੰ ਮੁਕੰਮਲ ਰਾਜ ਦਾ ਦਰਜਾ ਮਿਲਿਆ।